ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਵੇਖਣਾ ਵੀ ਸਾਡੇ ਉੱਪਰ ਸਿੱਖ ਨੇਸ਼ਨ ਦੇ ਉੱਤੇ ਪੰਜਾਬ ਦੀ ਧਰਤੀ ਤੇ ਖਾਸ ਕਰਕੇ ਵੀ ਭਾਰਤ ਦਾ ਇਨਫਲੂਐਂਸ, ਭਾਰਤ ਦਾ ਖੇਮਾ, ਭਾਰਤ ਦਾ ਪ੍ਰਭਾਵ ਕੀ ਆ, ਉਹ ਸਟਿਗਮਾ ਕੀ ਆ ਜੋ ਸਾਡੇ ਦਿਮਾਗੀ ਤੌਰ ਤੇ ਦਹਿਸ਼ਤ ਦਾ ਸਟਿਗਮਾ, ਡਰ ਦਾ ਸਟਿਗਮਾ, ਇਹਨੂੰ ਵੀ ਆਪਾਂ ਕਾਊਂਟਰ ਕਰਨ ਦੀ ਕੋਸ਼ਿਸ਼ ਕਰਾਂਗੇ, ਸਮਝਾਉਣ ਦੀ। ਪਰ ਸਭ ਤੋਂ ਪਹਿਲਾਂ ਆਪਾਂ ਵੇਖਣਾ ਵੀ ਭਾਰਤ ਦਾ ਖੇਮਾ ਕੀ ਆ, ਭਾਰਤ ਦਾ ਪ੍ਰਭਾਵ ਕੀ ਆ। ਆਪਾਂ ਇਸ ਤਰ੍ਹਾਂ ਦੇਖੀਏ ਜਿਵੇਂ ਰੈਬਿਟ ਹੋਲ ਹੁੰਦੀ ਆ, ਜਿਵੇਂ ਕਹਿ ਦਈਏ ਸ਼ਾਹੇ ਦੀ ਖੁੱਡ। ਸੋ ਸਿੱਖ ਨੇਸ਼ਨ ਨੂੰ ਜੋ ਸਿੱਖ ਫॉर ਜਸਟਿਸ ਆ, ਉਹ ਸ਼ਾਹੇ ਦੀ ਖੁੱਡ ਤੋਂ ਬਾਹਰ ਖੜ ਕੇ ਸਿੱਖ ਕੌਮ ਦੇ ਇੰਟਰਸਟ ਨੂੰ, ਸਿੱਖ ਨੇਸ਼ਨ ਦੇ ਇੰਟਰਸਟ ਨੂੰ ਉਸ ਰੈਬਿਟ ਹੋਲ ਦੇ ਵਿੱਚ, ਜਿਹਦੇ ਵਿੱਚ ਦਲਦਲ ਆ, ਜਿਹਦੇ ਵਿੱਚ ਅਸੀਂ ਫਸੇ ਹੋਏ ਆ, ਉਸ ਦਲਦਲ ਦੇ ਵਿੱਚੋਂ, ਉਸ ਨਰਕ ਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਜਾਂ ਆਭਾਰ, ਜੋ ਰੈਫਰੈਂਡਮ ਆ, ਜੋ ਸੈਲਫ ਡਿਟਰਮੀਨੇਸ਼ਨ ਦੀ ਐਕਸਰਸਾਈਜ਼ ਆ, ਸੋ ਉਹ ਬੇਸਿਕਲੀ ਸਾਨੂੰ ਉਹਦੇ ਵਿੱਚੋਂ ਬਾਹਰ ਉਭਾਰਦੀ ਆ, ਬਾਹਰ ਅਬੱਬ ਕੱਢਦੀ ਆ ਰੈਬਿਟ ਹੋਲ ਤੋਂ। ਸੋ ਆਪਾਂ ਆਪਦੇ ਆਪ ਨੂੰ ਇਦਾਂ ਵੇਖਣਾ ਜਿਵੇਂ ਅਸੀਂ ਭਾਰਤ ਇੱਕ ਸ਼ਾਹੇ ਦੀ ਖੁੱਡ ਆ, ਅਸੀਂ ਉਸ ਖੁੱਡ ਦੇ ਵਿੱਚ ਫਸੇ ਹੋਏ ਆ। ਸੋ ਜਦੋਂ ਆਪਾਂ ਭਾਰਤ ਦੀਆਂ ਵੋਟਾਂ ਦੀ ਗੱਲ ਕਰਦੇ ਆ ਤਾਂ ਅਸੀਂ ਉਸ ਰੈਬਿਟ ਹੋਲ ਦੇ ਵਿੱਚ ਸਟਕ ਹੋ। ਇੱਕ ਵਾਰ ਕਿਸੇ ਵੀ ਪ੍ਰਵਾਹ ਹੇਠ ਜਾਂ ਕਿਸੇ ਵੀ ਖੇਵੇਂ ਦੇ ਵਿੱਚ ਚਲੇ ਗਏ, ਮੁੜ ਕੇ ਉੱਥੋਂ ਦਲਦਲ ਦੇ ਵਿੱਚੋਂ ਨਿਕਲਣਾ ਮੁਸ਼ਕਲ ਹੋ ਜਾਂਦਾ। ਤੁਸੀਂ ਉਹਦੇ ਵਿੱਚ ਖੋ ਜਾਂਦੇ ਹੋ, ਲੌਸਟ ਹੋ ਜਾਂਦੇ ਹੋ। ਭਾਰਤ ਦੇ ਪੋਲੀਟੀਕਲ ਬੰਦਿਆਂ ਦੀ, ਚਿਹਰਿਆਂ ਦੀ ਗੱਲ ਹਮੇਸ਼ਾ ਹੁੰਦੀ ਆ, ਇਹ ਉਹ ਪੰਜਾਬ ਦਿਆਂ ਦੀ। ਸੋ ਉਹ ਵੀ ਇੱਕ ਰੈਬਿਟ ਹੋਲ ਦੇ ਵਿੱਚ ਆ। ਸੋ ਇਹ ਬਾਬਿਆਂ ਦੀ ਇਹ ਇੱਕ ਰੈਬਿਟ ਹੋਲ ਆ। ਸੋ ਜਿੰਨਾ ਇਸ ਰੈਬਿਟ ਖੇਮਾ ਜੋ ਸਾਡੇ ਇੰਟਰਸਟ ਨੂੰ, ਸਾਡੇ ਨੇਸ਼ਨ ਦੀ ਗੱਲ ਛੱਡ ਕੇ ਡਰੈਗ ਕਰ ਰਿਹਾ, ਸਾਨੂੰ ਉਹਦੇ ਵਿੱਚ ਲਿਜਾ ਰਿਹਾ, ਤੁਸੀਂ ਹਮੇਸ਼ਾ ਆਪਦੇ ਆਪ ਨੂੰ ਉਹਦੇ ਤੋਂ ਬਾਹਰ ਖੜ ਕੇ ਵੇਖਣਾ, ਸਿਚੁਏਸ਼ਨ ਤੋਂ। ਆਪਦੇ ਆਪ ਨੂੰ ਕਿਸੇ ਵੀ ਭਾਰਤ ਦੀ ਸਿਚੁਏਸ਼ਨ ਦੇ ਵਿੱਚ ਜਾਂ ਪੰਜਾਬ ਦੀ ਸਿਚੁਏਸ਼ਨ ਦੇ ਵਿੱਚ ਡਰੈਗ ਨਹੀਂ ਕਰਨਾ। ਜੇ ਤੁਸੀਂ ਇਹ ਵਨ ਬੇਸ ਪੋਲਿਟਿਕਸ ਕਰਦੇ ਹੋ ਇੱਕ ਪੁਆਇੰਟ ਤੇ, ਜ਼ਿਆਦਾਤਰ ਸਾਡੀ ਸਿੱਖ ਨੇਸ਼ਨ ਦੇ ਵਿੱਚ ਹੁੰਦੀ ਆ ਇੱਕ ਇਸ਼ੂ ਦੇ ਉੱਤੇ ਪੋਲਿਟਿਕਸ ਹੁੰਦੀ ਆ ਦੁਨੀਆ ਭਰ ਵਿੱਚ, ਜਿਹਦੇ ਵਿੱਚ ਸਾਡਾ ਸਾਰਾ ਹੀ ਪੈਸਾ ਲੱਗ ਜਾਂਦਾ, ਸਾਰੀ એનર્ਜੀ ਲੱਗ ਜਾਂਦੀ ਹੈ, ਸਾਰਾ ਪੈਸ਼ਨ ਲੱਗ ਜਾਂਦਾ। ਸੋ ਉਹਦੇ ਵਿੱਚੋਂ ਵੀ ਸਾਨੂੰ ਬਾਹਰ ਨਿਕਲਣਾ ਪੈਣਾ। ਸਾਨੂੰ ਆਪਦੇ ਆਪ ਨੂੰ ਦੂਰੋਂ ਉੱਪਰੋਂ ਖੜ ਕੇ ਥੱਲਿਓਂ ਕੋਸ਼ਿਸ਼ ਕਰਨ ਦੀ ਲੋੜ ਆ ਵੀ ਅਸੀਂ ਉਸ ਨੂੰ, ਨੇਸ਼ਨ ਨੂੰ, ਜੋ ਭਾਰਤ ਦੇ ਪ੍ਰਭਾਵ ਹੇਠ ਇਨਫਲੂਐਂਸ ਜਾਂ ਆਕੂਪਾਈਡ ਆ, ਉਹਨੂੰ ਅਸੀਂ ਕਿੱਦਾਂ ਰੈਬਿਟ ਹੋਲ ਦੇ ਵਿੱਚੋਂ ਬਾਹਰ ਕੱਢਣਾ, ਉਹਨੂੰ ਕਿੱਦਾਂ ਉਹਦੇ ਇੰਟਰਸਟ ਨੂੰ ਰਾਈਜ਼ ਕਰਨਾ। ਸੋ ਜਿਵੇਂ ਹੁਣ ਕਿਸਾਨੀ ਦਾ ਮੁੱਦਾ, ਇਹ ਇੱਕ ਹੋ ਸਕਦਾ ਵੀ ਭਾਰਤਵਾਦ, ਪੂਰੇ ਭਾਰਤ ਦਾ ਕਿਸਾਨੀ ਦਾ ਹੋਵੇ, ਪਰ ਸਾਡੇ ਵਾਸਤੇ, ਸਾਡੀ ਨੇਸ਼ਨ ਦਾ ਇਹ ਇੰਟਰਸਟ ਆ, ਅਸੀਂ ਉਸ ਅੱਖ ਤੋਂ ਇਹਨੂੰ ਉਭਾਰਨਾ, ਉਸ ਨਜ਼ਰੀਏ ਤੋਂ ਇਹਨੂੰ ਉਭਾਰਨਾ। ਸੋ ਸਾਨੂੰ ਹਮੇਸ਼ਾ ਜੋ ਸਾਡੇ ਕੋਈ ਵੀ ਇਸ਼ੂਜ਼ ਨੇ, ਅਸੀਂ ਹਮੇਸ਼ਾ ਆਪਦੇ ਆਪ ਨੂੰ ਉਹਨਾਂ ਦੇ ਵਿੱਚ ਡਰੈਗ ਨਹੀਂ ਕਰਨਾ, ਆਪਦੇ ਆਪ ਨੂੰ ਸੁੱਟਣਾ ਨਹੀਂ। ਅਸੀਂ ਬਾਹਰ ਖੜ ਕੇ ਸਿਚੁਏਸ਼ਨ ਨੂੰ ਐਨਾਲਾਈਜ਼ ਕਰਨਾ ਤੇ ਉਹਦੇ ਸਿਚੁਏਸ਼ਨ ਨੂੰ ਜਿਸ ਤਰ੍ਹਾਂ ਵੀ ਆਪਾਂ ਕਰਦੇ ਆ ਵੀ ਮਦਦ ਦੀ, ਫੰਡਿੰਗ ਦੀ, ਆਕਸੀਜਨ ਦੇਣ ਦੀ, ਪਹਿਲਾਂ ਆਪਦੀ ਟੇਕ ਕੇਅਰ ਕਰਨੀ ਆ, ਆਪਦੇ ਨੇਸ਼ਨ ਦੇ ਇੰਟਰਸਟ ਦੀ ਟੇਕ ਕੇਅਰ ਕਰਨੀ ਆ। ਵੀ ਪੈਸਾ ਵੀ, ਨੇਸ਼ਨਾਂ ਦਾ ਸਾਰਾ ਕੁਝ, ਇਹ ਆਪਦੇ ਉੱਪਰ, ਆਪਦੀ ਨੇਸ਼ਨ ਦੇ ਇੰਟਰਸਟ ਨੂੰ ਵੇਖਣਾ ਪਹਿਲਾਂ। ਸੋ ਸਾਨੂੰ ਉਸ ਨੇਸ਼ਨ ਦੇ ਇੰਟਰਸਟ, ਸਾਡੀ ਨੇਸ਼ਨ ਜੋ ਰੈਬਿਟ ਹੋਲ ਦੇ ਵਿੱਚ ਸਟਕ ਆ, ਦਲਦਲ ਚ, ਭਾਰਤ ਦੀ ਚ, ਉਸ ਨੂੰ ਦੁਨੀਆ ਭਰ ਵਿੱਚ ਐਜ਼ ਅ ਨੇਸ਼ਨ ਪ੍ਰੈਜ਼ੈਂਟ ਕਰਨਾ, ਐਜ਼ ਅ ਨੇਸ਼ਨ ਰੱਖਣਾ, ਤੇ ਉਸ ਨੇਸ਼ਨ ਦੇ ਰਾਈਟਸ ਨੂੰ ਐਕਸਰਸਾਈਜ਼ ਕਰਨਾ। ਜਿਵੇਂ ਜੀ ਇਕੱਠ ਕਰ ਲਓ, ਬੜੇ ਇਕੱਠ ਕਦੇ ਉਧਰ ਇਕੱਠ ਹੋ ਜਾਂਦੇ ਨੇ, ਇੱਧਰ ਇਕੱਠ ਹੋ ਜਾਂਦੇ, ਇਹ ਗੱਲ ਵੀ ਨਹੀਂ ਸਹੀ, ਕਿਉਂਕਿ ਇਕੱਠਣ ਦਾ ਕੋਈ ਫਾਇਦਾ ਨਹੀਂ ਜੇ ਸਾਡੇ ਕੋਲ ਕੁਝ ਹੈ ਹੀ ਨਹੀਂ ਐਕਸ਼ਨ ਜਿਹਨੂੰ ਅਸੀਂ ਐਕਸਰਸਾਈਜ਼ ਕਰਨਾ। ਕਦੇ ਗੱਲਾਂ ਨਹੀਂ ਹੋ ਰਹੀਆਂ, ਗੱਲਾਂ ਦੇ ਨਾਲ ਗੱਲ ਨਹੀਂ ਬਣਨੀ। ਗੱਲਾਂ ਕੋਈ ਵੀ ਮੈਟਰ, ਗੱਲਾਂ ਵੀ ਰੈਬਿਟ ਹੋਲ ਦਾ ਹੀ ਹਿੱਸਾ ਨੇ। ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਓ ਸਵੇਰ ਤੋਂ ਲੈ ਕੇ ਸ਼ਾਮ ਤੱਕ, ਉਹ ਰੈਬਿਟ ਹੋਲ ਦਾ ਹਿੱਸਾ ਨੇ। ਤੁਹਾਡੇ ਕੋਲ ਐਕਸ਼ਨ ਪਲਾਨ ਕੀ ਆ ਜਿਹਦੀ ਤੁਸੀਂ ਐਕਸਰਸਾਈਜ਼ ਕਰ ਰਹੇ ਹੋ ਕਿ ਉਹਨੂੰ ਅਸੀਂ ਦੁਨੀਆ ਦੇ ਵਿੱਚ ਉਹਨਾਂ ਦੇ ਇੰਟਰਸਟ ਨੂੰ, ਉਹਨੂੰ ਉੱਪਰ ਚੁੱਕ ਰਹੇ ਹੋ, ਦਲਦਲ ਚੋਂ, ਉਸ ਰੈਬਿਟ ਹੋਲ ਚੋਂ ਉੱਪਰੋਂ ਕੱਢ ਰਹੇ ਹਾਂ। ਸੋ ਆਪਾਂ ਨੇ ਉੱਪਰੋਂ ਖੜ ਕੇ ਹੀ ਥੱਲੇ ਨੂੰ, ਉੱਪਰ ਨੂੰ ਲਿਫਟ ਕਰਨਾ।
ਸੋ ਉਹ ਉੱਪਰੋਂ ਖੜ ਕੇ, ਨਾ ਕਿ ਉਹਦੇ ਵਿੱਚ ਸਟਕ ਹੋ ਕੇ, ਨਾ ਹੀ ਉਹਦੇ ਵਿੱਚ ਜਾਣਾ, ਨਾ ਹੀ ਉਹਦੇ ਬਾਰੇ ਕਨਵਰਸੇਸ਼ਨ ਕਰਨੇ ਨੇ ਬਾਰ-ਬਾਰ। ਕਿਉਂਕਿ ਜੇ ਅਸੀਂ ਬਾਰ-ਬਾਰ ਕਨਵਰਸੇਸ਼ਨ ਵੀ ਕਰਾਂਗੇ, ਗੱਲਾਂ ਬਾਤਾਂ ਵੀ ਕਰਾਂਗੇ, ਤਾਂ ਅਸੀਂ ਉਹ ਗੱਲਾਂ ਬਾਤਾਂ ਦੇ ਨਾਲ ਵੀ ਆਪਦੇ ਆਪ ਨੂੰ ਭਾਰਤ ਦੇ ਖੇਮ 'ਚ ਡਰੈਗ ਕਰ ਲਾਂਗੇ। ਕਿਉਂਕਿ ਆਪਾਂ ਉਹਦੇ ਵਿੱਚੋਂ ਉਸ ਰੈਬਿਟ ਹੋਲ ਦੇ ਵਿੱਚੋਂ ਆਪਦਾ ਬੈਸਟ ਆਪਸ਼ਨ, ਸਾਡੇ ਲਈ ਜੋ ਵਧੀਆ ਆਪਸ਼ਨ ਨੇ, ਉਹਨਾਂ ਨੂੰ ਚੁਣਨ ਦੀ ਕੋਸ਼ਿਸ਼ ਕਰਾਂਗੇ, ਪਰ ਉਹ ਵੀ ਰੈਬਿਟ ਹੋਲ ਹੀ ਆ। ਸੋ ਆਪਾਂ ਨੂੰ ਬੇਸਿਕਲੀ ਥੱਲਿਓਂ ਆਪਦੇ ਆਪ ਉੱਪਰੋਂ ਖੜ ਕੇ, ਥੱਲਿਓਂ ਨੇਸ਼ਨ, ਸਿੱਖ ਨੇਸ਼ਨ ਦੇ ਪੂਰਾ ਹਿੱਸੇ ਨੂੰ ਕਵਰ ਕਰਕੇ ਇੰਟਰਸਟ ਨੂੰ ਆਪਾਂ ਨੇ ਅਪਲਿਫਟ ਕਰਨਾ। ਸੋ ਜੋ ਆਪਾਂ ਰੈਫਰੈਂਡਮ ਦੀ ਵੋਟਿੰਗ ਦੀ ਗੱਲ ਕੀਤੀ, ਇਹ ਸਾਡਾ ਬਾਰੇ ਇਹ ਅਫੀਸ਼ੀਅਲ ਰੈਫਰੈਂਡਮ ਨਹੀਂ ਹੈਗਾ, ਇਹ ਨੌਨ ਬਾਈਂਡਿੰਗ ਰੈਫਰੈਂਡਮ ਆ। ਜੋ ਨੌਨ ਬਾਈਂਡਿੰਗ ਰੈਫਰੈਂਡਮ, ਇਹ ਆਲਰੇਡੀ ਇਟਸੈਲਫ, ਜਿਵੇਂ ਆਪਦੇ ਆਪ ਹੀ ਇੱਕ ਰੈਫਰੈਂਡਮ ਹੋ ਜਾਣਾ ਹੀ ਸਿੱਖ ਨੇਸ਼ਨ ਦਾ, ਉਹ ਸਾਨੂੰ ਪ੍ਰੈਜ਼ੈਂਟ ਕਰਦਾ ਐਜ਼ ਅ ਨੇਸ਼ਨ, ਦੁਨੀਆ ਦਾ ਫੋਕਸ ਤੇ ਇੰਟਰਸਟ ਕ੍ਰੀਏਟ ਕਰਦਾ। ਜਿਵੇਂ ਦੁਨੀਆ ਦਾ ਜਿਵੇਂ ਸਿਰ ਆਪਣੇ ਕੰਨੀ ਨੂੰ ਘੁਮਾਉਂਦਾ, ਰਾਈਟ, ਆਪਣੇ ਉੱਪਰ ਅਟੈਂਸ਼ਨ ਗ੍ਰੈਬ ਕਰਦਾ। ਸੋ ਉਸ ਪੱਖ ਤੋਂ ਆਪਾਂ ਨੇ ਵੇਖਣਾ। ਸੋ ਇਹ ਹੋ ਸਕਦਾ ਸਮਝ ਆਈ ਹੋ ਗੱਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।